इस तो बाद ਅਸੀਂ ਦੇਖਦੇ ਹਾਂ ਗਵਾਲਾ ਆਇਆ ਅਤੇ ਗੇਟ ਖੋਲ੍ਹ ਕੇ ਉਹ ਅਤੇ ਉਸਦੇ ਪਿੱਛੇ ਪਿੱਛੇ ਨੀਲੀ ਅੰਦਰ ਆ ਗਏ। ਗਵਾਲੇ ਨੇ ਮਸਾਲੇ ਦੀ ਟੋਕਰੀ ਰੱਖੀ ਅਤੇ ਹੱਥ ਮਾਰ ਕੇ ਉਸਦੀ ਖੁਸ਼ਬੂ ਖਿਲਾਰਨ ਲੱਗਾ ਤਾਂ ਜੋ ਨੀਲੀ ਦੁੱਧ ਦੇ ਦੇਵੇ। ਨੀਲੀ ਟੋਕਰੀ ਕੋਲ ਨਾ ਆਈ ਕਿਉਂਕਿ ਉਸਨੂੰ ਆਪਣੇ ਬੱਛੀ ਦੇ ਮਰਨ ਦਾ ਬਹੁਤ ਦੁੱਖ ਸੀ। ਗਵਾਲੇ ਨੇ ਫਿਰ ਉਸ ਦੀ ਟੋਕਰੀ ਉਛਾਲ ਕੇ ਦਾਣਾ ਦਿਖਾਇਆ। ਨੀਲੀ ਅੱਗੇ ਆ ਗਈ ਪਰ ਉਸ ਦੇ ਮਸਾਲੇ ਨੂੰ ਮੂੰਹ ਨਾ ਲਾਇਆ। ਫਿਰ ਗਵਾਲੇ ਨੇ ਨੀਲੀ ਦੇ ਸਿਰ ਉੱਤੇ ਹੱਥ ਫੇਰਿਆ ਅਤੇ ਪੁਚਕਾਰਿਆ। ਨੀਲੀ ਨੇ ਆਪਣੀ ਬੂਥੀ ਟੋਕਰੀ ਵਿੱਚ ਪਾ ਦਿੱਤੀ ਪਰ ਉਸ ਤੋਂ ਕੁਝ ਖਾਧਾ ਨਹੀਂ ਸੀ ਜਾ ਰਿਹਾ। ਉਹ ਮੂੰਹ ਮੋੜ ਕੇ ਫਿਰ ਟੋਕਰੀ ਵੱਲ ਪਿੱਠ ਕਰਕੇ ਖੜੀ ਹੋ ਗਈ। ਇੱਥੇ ਸਾਨੂੰ ਨੀਲੀ ਦੀ ਮਾਨਸਿਕ ਅਵਸਥਾ ਪਤਾ ਚੱਲਦੀ ਹੈ। ਭਾਵੇਂ ਉਹ ਇੱਕ ਜਾਨਵਰ ਹੈ ਪਰ ਉਸਨੂੰ ਫਿਰ ਵੀ ਆਪਣੀ ਬੱਚੀ ਦਾ ਬਹੁਤ ਦੁੱਖ ਹੋ ਰਿਹਾ ਹੈ। ਨਾ ਤਾਂ ਉਸ ਤੋਂ ਖਾਇਆ ਜਾ ਰਿਹਾ ਹੈ। ਹੁਣ ਪਰੇਸ਼ਾਨ ਹੋਇਆ ਗਵਾਲਾ ਟੋਕਰੀ ਚੁੱਕ ਕੇ ਤੁਰ ਪਿਆ ਅਤੇ ਨੀਲੀ ਵੀ ਉਸਦੇ ਪਿੱਛੇ ਪਿੱਛੇ ਤੁਰ ਪਈ। ਕਹਾਣੀਕਾਰ ਦੀ ਪਤਨੀ ਕਹਿ ਰਹੀ ਸੀ ਕਿ ਉਸਨੇ ਚੂਲੀ ਦੁੱਧ ਬਚਾਉਣ ਲਈ ਬੱਛੀ ਗਵਾ ਲਈ ਹੈ। ਉਸਨੇ ਨੌਕਰ ਨੂੰ ਡੈਰੀ ਤੋਂ ਦੁੱਧ ਲੈਣ ਲਈ ਭੇਜ ਦਿੱਤਾ। ਕਹਾਣੀਕਾਰ ਉਨੀ ਦੇਰ ਤੱਕ ਨੀਲੀ ਨੂੰ ਜਾਂਦਾ ਦੇਖਦਾ ਰਿਹਾ ਜਿੰਨਾ ਚਿਰ ਉਹ ਅੱਖਾਂ ਤੋਂ ਓਹਲੇ ਨਾ ਹੋ ਗਈ। ਅਗਲੇ ਦਿਨ ਮੂੰਹ ਝਾਖਰੇ ਹੀ ਗਵਾਲਾ ਮਸਾਲੇ ਦੀ ਟੋਕਰੀ ਚੁੱਕ ਕਹਾਣੀਕਾਰ ਦੀ ਕੋਠੀ ਵਿੱਚ ਆ ਗਿਆ। ਮੂੰਹ ਝਾਖਰੇ ਮਤਲਬ ਸਵੇਰੇ ਸਾਜਰੇ। ਗਵਾਲਾ ਗਾਗਰ ਫੜ ਕੇ ਨੀਲੀ ਕੋਲ ਬੈਠ ਗਿਆ ਪਰ ਉਹ ਪਰੇ ਹੋ ਗਈ। ਨੀਲੀ ਨੂੰ ਮਸਾਲਾ ਖਾਂਦੀ ਦੇਖ ਕੇ ਗਵਾਲਾ ਫਿਰ ਉਸਦੇ ਨੇੜੇ ਹੋਇਆ ਪਰ ਉਹ ਫਿਰ ਪਿਛਾਂਹ ਹੋ ਗਈ। ਨੀਲੀ ਟੋਕਰੀ ਵਿੱਚ ਮੂੰਹ ਜਮਾਈ ਮਸਾਲਾ ਖਾ ਰਹੀ ਸੀ ਕਿਉਂਕਿ ਉਹ 3 ਦਿਨਾਂ ਤੋਂ ਭੁੱਖੀ ਸੀ। ਗਵਾਲਾ ਉਸਦੀ ਪਿੱਠ 'ਤੇ ਹੱਥ ਫੇਰਦਾ ਹੋਇਆ ਮੂੰਹ ਨਾਲ ਉਸਨੂੰ ਪੁਚਕਾਰਦਾ ਰਿਹਾ। ਗਵਾਲਾ ਨੀਲੀ ਦੇ ਹੇਠਾਂ ਬੈਠ ਗਿਆ ਅਤੇ ਉਹ ਨਾ ਹਿੱਲੀ। ਪਰ ਜਦੋਂ ਹੀ ਉਸਨੇ ਦੁੱਧ ਚੋਣ ਦੀ ਕੋਸ਼ਿਸ਼ ਕੀਤੀ ਤਾਂ ਨੀਲੀ ਲੱਤ ਮਾਰ ਕੇ ਪਰੇ ਹੋ ਗਈ। ਗਵਾਲਾ ਸ਼ਰਮਿੰਦਾ ਜਿਹਾ ਹੋ ਕੇ ਉੱਠ ਬੈਠਾ ਅਤੇ ਨੀਲੀ ਦੇ ਸਿੰਗਾਂ ਨੂੰ ਪਿਆਰ ਕਰਨ ਲੱਗਾ। ਇੱਥੇ ਅਸੀਂ ਦੇਖਦੇ ਹਾਂ ਕਿ ਜੋ ਲਾਲਚੀ ਗਵਾਲਾ ਹੈ ਉਹ ਬਹੁਤ ਸਾਰੀਆਂ ਜੁਗਤਾਂ ਵਰਤਦਾ ਹੈ ਤਾਂ ਜੋ ਨੀਲੀ ਉਸਨੂੰ ਦੁੱਧ ਦੇ ਦੇਵੇ ਪਰ ਅਜੇ ਤੱਕ ਉਸਦੀ ਇੱਕ ਨਾ ਗਈ। ਫਿਰ ਉਹ ਉਸਦੀ ਪਿੱਠ 'ਤੇ ਹੱਥ ਫੇਰਨ ਮਗਰੋਂ ਉਸਦੀ ਪੂੰਛ ਨਾਲ ਖੇਡਦਾ ਰਿਹਾ ਅਤੇ ਫਿਰ ਉਸਦੇ ਕੋਲ ਬੈਠ ਗਿਆ ਅਤੇ ਉਸਦੀ ਪੂੰਛ ਨੂੰ ਮਲ ਲੱਗਾ, ਉਸਦੀਆਂ ਲੱਤਾਂ ਸਾਫ਼ ਕਰਦਾ ਰਿਹਾ ਪਰ ਨੀਲੀ 'ਤੇ ਇਸਦਾ ਕੁਝ ਵੀ ਅਸਰ ਨਾ ਹੋਇਆ। ਇਹ ਦੇਖ ਕੇ ਗਵਾਲੇ ਨੂੰ ਗੁੱਸਾ ਆ ਗਿਆ। ਉਸਨੇ ਨੀਲੀ ਤੋਂ ਮਸਾਲੇ ਦੀ ਟੋਕਰੀ ਖੋਹ ਲਈ ਅਤੇ ਸਿਰ 'ਤੇ ਰੱਖ ਕੇ ਤੇਜ਼ੀ ਨਾਲ ਮੁੜ ਤੁਰਿਆ। ਉਸਨੂੰ ਜਾਂਦਾ ਦੇਖ ਨੀਲੀ ਅੜਿੰਗੀ ਪਰ ਉਹ ਤੁਰਦਾ ਗਿਆ। ਨੀਲੀ ਕਿੰਨਾ ਚਿਰ ਉੱਥੇ ਖੜੀ ਅੜਿੰਗਦੀ ਰਹੀ ਜਿਵੇਂ ਗਵਾਲੇ ਨੂੰ ਕਹਿ ਰਹੀ ਹੋਵੇ ਕਿ ਉਹ ਸਮਝਦਾ ਕਿਉਂ ਨਹੀਂ। ਅਜੇ 2 ਦਿਨ ਤਾਂ ਹੋਏ ਹਨ ਉਸਦੀ ਧੀ ਨੂੰ ਮਰਿਆ। ਉਹ ਅਜੇ ਉਸਨੂੰ ਭੁਲਾ ਨਹੀਂ ਸਕੀ ਪਰ ਭੈੜੇ ਭੇਟ ਅੱਗੇ ਪੇਸ਼ ਨਹੀਂ ਜਾਂਦੀ। ਇੱਥੇ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਨੀਲੀ ਨੇ 2-3 ਦਿਨਾਂ ਤੋਂ ਕੁਝ ਨਹੀਂ ਸੀ ਖਾਧਾ। ਉਸਦੀ ਲਾਡਲੀ ਦੇ ਪੋਲੇ ਪੋਲੇ ਬੁੱਲ੍ਹ ਜਦੋਂ ਉਸਨੂੰ ਲੱਗਦੇ ਸਨ ਤਾਂ ਉਸਦਾ ਦੁੱਧ ਆਪਣੇ ਆਪ ਹੀ ਲੈ ਆਉਂਦਾ ਸੀ। ਕੀ ਉਹ ਜਾਣਦਾ ਨਹੀਂ ਕਿ ਮਾਂ ਅਤੇ ਬੱਚੇ ਦਾ ਕੀ ਰਿਸ਼ਤਾ ਹੈ। ਠੀਕ ਹੈ ਕਿ ਉਹ ਕੁਝ ਦਿਨਾਂ ਤੱਕ ਉਸਨੂੰ ਭੁੱਲ ਜਾਵੇਗੀ ਅਤੇ ਦੁੱਧ ਵੀ ਦੇ ਦੇਵੇਗੀ ਪਰ ਉਸਨੂੰ 1-2 ਦਿਨ ਹੋਰ ਸਬਰ ਕਰਨਾ ਪਵੇਗਾ। ਹੁਣ ਉਸਨੇ ਦੁੱਧ ਕੀ ਕਰਨਾ ਹੈ। ਦੁੱਧ ਪੀਣ ਵਾਲੀ ਤਾਂ ਚਲੀ ਗਈ ਪਰ ਉਹ ਉਸਨੂੰ ਭੁੱਖਾ ਨਾ ਮਾਰੇ ਅਤੇ ਉਸਨੂੰ ਦਾਣਾ ਚਾਰ ਦੇਵੇ। ਇਸ ਤਰ੍ਹਾਂ ਸੋਚਦੀ ਕਿੰਨਾ ਚਿਰ ਨੀਲੀ ਕੋਠੀ ਦੇ ਗੇਟ ਵੱਲ ਦੇਖਦੀ ਰਹੀ ਪਰ ਗਵਾਲਾ ਨਾ ਮਿਲਿਆ। ਸੋ ਇੱਥੇ ਸਾਨੂੰ ਇਸ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਨੂੰ ਲਾਲਚ ਵਿੱਚ ਆ ਕੇ ਕਦੇ ਵੀ ਇੱਦਾਂ ਦਾ ਕੁਛ ਨਹੀਂ ਕਰਨਾ ਚਾਹੀਦਾ ਤਾਂ ਜੋ ਸਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਅਤੇ ਸਗੋਂ ਸਾਨੂੰ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਧੰਨਵਾਦ।